ਲੱਗਾ ਸੀ ਕਿ ਨੌਜਵਾਨ ਆਇਆ ਇੱਕ ਉਹ ਕੌਮ ਨੂੰ ਨਵੀਂ ਅਗਵਾਈ ਦੇਣ ਲੱਗਾ, ਨੌਜਵਾਨਾਂ ਦੀ ਨਵਾਂ ਜੋਸ਼ ਭਰਨ ਲੱਗਾ, ਔਰ ਉਹ ਨੌਜਵਾਨ ਤਾਂ ਬਹੁਤ ਗਲਤ ਪਾਸੇ ਹੀ ਤੁਰ ਪਿਆ ਆਪ ਵੀ, ਤੇ ਕੌਮ ਨੂੰ ਵੀ ਗਲਤ ਪਾਸੇ ਹੀ ਲੈ ਕੇ ਤੁਰ ਪਿਆ। ਵਾਹਿਗੁਰੂ ਮਿਹਰ ਕਰੇ। ਜਿਹੜੇ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਖਾਲਿਸਤਾਨ ਦਾ ਮਤਲਬ ਤੇ ਇਹ ਹੈ ਵੀ ਖਾਲਸਿਆਂ ਦਾ ਰਾਜ। ਖਾਲਸਾ ਉਹ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਖੜਾ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਪਣਾਈ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜੀ ਨਹੀਂ ਪਤਾ ਤੇ ਫਿਰ ਕਿਹੜੇ ਖਾਲਿਸਤਾਨ ਦੀ ਗੱਲ ਕਰ ਰਹੇ ਆ, ਜਾਂ ਕਿਹੜੀ ਕੌਮ ਦੇ ਘਰ ਦੀ ਗੱਲ ਕਰ ਰਹੇ ਆ? ਫਿਰ ਤਾਂ ਮਜ਼ਾਕ ਕਰ ਰਹੇ ਆ। ਫਿਰ ਤਾਂ ਸਿਰਫ ਇੰਨਾ ਹੈ ਵੀ ਕੌਮ ਦੇ ਵਿੱਚ ਇੱਕ ਜੋਸ਼ ਪੈਦਾ ਕਰਕੇ ਪਹਿਲਾਂ ਬਥੇਰੇ ਨੌਜਵਾਨਾਂ ਦਾ ਘਾਣ ਹੋਇਆ ਤੇ ਹੋਰ ਨੌਜਵਾਨਾਂ ਦਾ ਘਾਣ ਕਰਾ ਦਿਓ, ਉਸ ਤੋਂ ਉੱਤੇ ਤਾਂ ਕੋਈ ਪ੍ਰਾਪਤੀ ਨਹੀਂ। ਸਿੱਖੀ ਦੇ ਜੋ ਸਿਧਾਂਤ ਨੇ, ਕੁਝ ਵਿਅਕਤੀ ਬ੍ਰਾਹਮਣਵਾਦ ਵਾਲੇ ਪਾਸੇ ਉਹਨੂੰ ਧਕੇਲਦੇ ਨੇ। ਇਹ ਬ੍ਰਾਹਮਣਵਾਦ ਦੇ ਏਜੰਟ ਨੇ ਸਿੱਖ ਕੌਮ ਦੇ ਵਿੱਚ, ਇਹ ਇਹਨੂੰ ਬ੍ਰਾਹਮਣਵਾਦੀ ਸੰਪਰਦਾਈ ਸਿਸਟਮ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਹੈ। ਗੱਲਾਂ ਗੁਰੂ ਗ੍ਰੰਥ ਸਾਹਿਬ ਦੀਆਂ ਕਰਦੇ ਨੇ, ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀਆਂ ਕਰਦੇ ਨੇ, ਲੇਕਿਨ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਉਲਟ ਪਾਸੇ ਲੈ ਕੇ ਜਾ ਰਹੇ ਨੇ। ਇਹ ਸਭ ਤੋਂ ਖਤਰਨਾਕ ਲੋਕ ਨੇ। ਤੇ ਇੱਥੇ ਕਹਿ ਰਹੇ ਜੀ ਤਰਕ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਕਿੱਥੋਂ ਪੜ੍ਹ ਕੇ ਆਏ ਨੇ, ਕਿੱਥੋਂ ਦੀ ਸਮਝ ਲੈ ਕੇ ਆਏ ਨੇ, ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨਾਲ ਕਿੰਨਾ ਕੁ ਸੰਬੰਧ ਹੈ, ਇਹਨਾਂ ਨੂੰ ਸਿੱਖੀ ਦੀ ਕਿੰਨੀ ਕੁ ਸਮਝ ਹੈ। ਇੱਕ ਸਿਰਫ ਇਹ ਕਹਿ ਦੇਣਾ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ, ਤੇ ਜਿੰਨੇ ਛਕਾਉਣਾ, ਜਿਹਨੂੰ ਛਕਾਉਣਾ ਹੈ ਉਹਨੂੰ ਪਤਾ ਹੀ ਨਹੀਂ ਵੀ ਅੰਮ੍ਰਿਤ ਹੁੰਦਾ ਕੀ ਹੈ। ਭਾਵਨਾ ਚ ਹੋ ਰਿਹਾ, ਭਾਵਨਾ ਚ ਹੋ ਰਿਹਾ। ਔਰ ਇਹ ਭਾਵਨਾਵਾਂ ਜਿਹੜੀਆਂ ਨੇ ਨਾ, ਇਹ ਬੜੀ ਖਤਰਨਾਕ ਹੁੰਦੀਆਂ ਨੇ। ਇਹ ਖੁਦ ਅੰਮ੍ਰਿਤਪਾਲ ਸਿੰਘ ਦਾ ਬਿਆਨ ਆਇਆ ਸੀ ਕਿ ਆਪਾਂ ਪੜ੍ਹ ਕੇ ਕੀ ਲੈਣਾ, ਪੜ੍ਹ ਕੇ ਦਲੇਰ ਨਹੀਂ ਬਣਦਾ। ਇਹ ਗੱਲ ਬਿਲਕੁਲ ਸਹੀ ਹੈ। ਅੱਜ ਦੇ ਯੁੱਗ ਦੇ ਵਿੱਚ ਜਿਸ ਵੇਲੇ ਦੁਨੀਆ ਦੇ ਵਿੱਚ ਲੜਾਈ ਜਿਹੜੀ ਹੈ ਅਕਲ ਦੀ ਹੈ, ਇਹ ਬੰਦਾ ਕਹਿ ਰਿਹਾ ਕਿ ਸਾਡੇ ਨੌਜਵਾਨਾਂ ਨੂੰ ਅਕਲ ਲੈਣੀ ਨਹੀਂ ਚਾਹੀਦੀ, ਸਾਡੇ ਬੱਚਿਆਂ ਨੂੰ ਅਕਲ ਲੈਣੀ ਨਹੀਂ ਚਾਹੀਦੀ, ਕਿਉਂਕਿ ਅਕਲ ਤਾਂ ਵਿਦਿਆ ਨਾਲ ਆਉਣੀ ਹੈ। ਜਿਹੜਾ ਬੰਦਾ ਇੱਥੋਂ ਹੀ ਕੌਮ ਨੂੰ ਸਮਝ ਜਾਣਾ ਚਾਹੀਦਾ ਵੀ ਕਿਸ ਪਾਸੇ ਲੈ ਕੇ ਜਾਣਾ ਚਾਹੁੰਦਾ ਕੌਮ ਨੂੰ। ਬਾਕੀ ਜਿਹੜਾ ਗਾਲਾਂ ਕੱਢਣ ਵਾਲਾ ਨਾ, ਉਹ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਹਿਰਦੇ 'ਚ ਨਹੀਂ ਵਸੀ, ਉਹਦੇ ਮੂੰਹ ਗਾਲਾਂ ਹੀ ਨਿਕਲਣੀਆਂ ਨੇ। ਅੱਜ ਤੱਕ ਕਦੀ ਕੱਢੀਆਂ ਨਹੀਂ। ਸੰਵਾਦ ਨਹੀਂ ਹੋਣਾ, ਉਹ ਸੰਵਾਦ ਕਰ ਹੀ ਨਹੀਂ ਸਕਦਾ ਨਾ, ਕਿਉਂਕਿ ਉਹਦੇ ਸੋਝੀ ਤੇ ਹੈ ਨਹੀਂ। ਸੰਵਾਦ ਕਰਨ ਲਈ ਅਕਲ ਚਾਹੀਦੀ ਹੈ, ਸੰਵਾਦ ਕਰਨ ਲਈ ਗਿਆਨ ਚਾਹੀਦਾ। ਮੈਨੂੰ ਇੰਝ ਲੱਗਦਾ ਹੈ ਵੀ ਇਹਨਾਂ ਨੂੰ ਖਾਲਿਸਤਾਨ ਦੇ ਖਿਲਾਫ ਵਰਤਣ ਲਈ ਜਿਹੜਾ ਹੈ ਨਾ ਭੇਜਿਆ ਗਿਆ। ਤੁਸੀਂ ਇਹੋ ਜਿਹਾ ਮਾਹੌਲ ਕਰ ਦਿਓ ਵੀ ਲੋਕੀ ਖਾਲਿਸਤਾਨ ਦੇ ਨਾਂ ਤੋਂ ਡਰਨ ਲੱਗ ਪੈਣ। ਜੇ ਸਿੱਖੀ ਖਾਲਿਸਤਾਨ ਦੇ ਨਾਂ ਤੋਂ ਡਰਨ ਲੱਗ ਪੈਣਗੇ ਵੀ ਜੇ ਇਹੋ ਜਿਹਾ ਖਾਲਿਸਤਾਨ ਹੋਣਾ, ਇਹਨਾਂ ਲੋਕਾਂ ਨੇ ਰਾਜ ਕਰਨਾ, ਤੇ ਫਿਰ ਉਹਦੇ ਨਾਲ ਤਾਂ ਹੁਣ ਚੰਗੇ। ਇਹਦਾ ਮਤਲਬ ਹੈ ਕਿ ਖਾਲਿਸਤਾਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੂੰ ਆਪਣੇ ਇਸ ਵਿਹਾਰ ਨਾਲ। ਇਸ ਤਰ੍ਹਾਂ ਸੋਚਣ ਇਸ ਬਾਰੇ। ਗੁਰਦੁਆਰੇ ਵਿੱਚ ਬੈਂਚ ਪਏ ਨੇ ਅੰਦਰ, ਉਸ ਨੂੰ ਚੁੱਕ ਕੇ ਬਾਹਰ ਰੱਖ ਦਿੱਤੇ ਜਾਂਦੇ ਨੇ। ਕੀ ਸਿੱਖੀ ਸਿਧਾਂਤ ਦੇ ਬਿਲਕੁਲ ਸਹੀ ਹੈ ਕਿ ਉਲਟਾ? ਜੇ ਬਹਿਣਾ ਜ਼ਿਆਦਾ ਇੰਪੋਰਟੈਂਟ ਹੈ ਕਿ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਕੀਰਤਨ ਸੁਣਨਾ, ਉੱਥੇ ਵਿਚਾਰਾਂ ਸੁਣਨੀਆਂ, ਉਹ ਜ਼ਿਆਦਾ ਇੰਪੋਰਟੈਂਟ ਹੈ। ਔਰ ਜਿਹੜੇ ਅਗਿਆਨੀ ਲੋਕ ਨੇ, ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਕੋਈ ਨਹੀਂ, ਉਹ ਇਹ ਕੰਮ ਕਰਦੇ ਨੇ। ਔਰ ਇਹ ਬੜਾ ਹੀ ਗਲਤ ਕੰਮ ਜਿਹੜਾ ਸ਼ੁਰੂ ਹੋਇਆ। ਔਰ ਮੈਂ ਕਹਾਂਗਾ ਕਿ ਇਸ ਪਾਗਲਪਨ ਨੂੰ ਫੌਰਨ ਰੋਕ ਦੇਣਾ ਚਾਹੀਦਾ। ਤੁਸੀਂ ਲੋਕਾਂ ਨੂੰ ਗੁਰਦੁਆਰੇ ਜਾਣ ਤੋਂ ਮਨਾ ਕਰ ਰਹੇ ਹੋ। ਤੁਸੀਂ ਜਿਹੜੇ ਨਹੀਂ ਉੱਥੇ ਜਾ ਕੇ ਭੁੰਜੇ ਬੈਠ ਸਕਦੇ, ਉਹਨਾਂ ਨੂੰ ਇਹ ਮੈਸੇਜ ਦੇ ਰਹੇ ਹੋ ਕਿ ਤੁਹਾਨੂੰ ਗੁਰਦੁਆਰੇ ਆਉਣ ਦੀ ਜ਼ਰੂਰਤ ਨਹੀਂ ਹੈ। ਕਿ ਇਸ ਤੋਂ ਪਹਿਲਾਂ ਵੀ ਚੀਜ਼ਾਂ ਹੁੰਦੀਆਂ ਸੀ, ਅੱਜ ਤੋਂ 200 ਸਾਲ ਪਹਿਲਾਂ, 300 ਸਾਲ ਪਹਿਲਾਂ, ਕਿ ਫੱਟੀਆਂ ਰੱਖੀਆਂ ਜਾਂਦੀਆਂ ਸੀ ਜਾਂ ਬੈਂਚ ਰੱਖੇ ਜਾਂਦੇ ਸੀ, ਕਿ ਅੱਜ ਹੀ ਹੋਇਆ ਵਾਲਾ? ਜੇ ਇਹ ਹੀ ਕਹੀਏ ਕਿ ਪੁਰਾਣੇ ਸਮੇਂ 'ਚ ਨਹੀਂ ਸੀ ਹੁੰਦਾ, ਤੇ ਪੁਰਾਣੇ ਸਮੇਂ 'ਚ ਤੇ ਸਿੱਖ ਘੋੜੀਆਂ ਤੇ ਚੜ੍ਹਦੇ ਸਨ, ਅੱਜ ਕਾਰਾਂ ਤੇ ਕਿਉਂ ਜਿਹੜੇ ਫਿਰਦੇ? ਤੇ ਕਿਹੜੀਆਂ ਫੋਟੋ ਛਪ ਰਹੀਆਂ ਨੇ, ਕਿੰਨੇ ਡੇਰੇਦਾਰ ਨੇ ਜਿਹੜੇ ਬਰਾਬਰ ਗੱਦੇ ਲਾ ਕੇ ਬਹਿੰਦੇ ਨੇ। ਉਹਨਾਂ ਦੇ ਖਿਲਾਫ ਤਾਂ ਆਵਾਜ਼ ਉਠਾਈ ਨਹੀਂ। ਤੇ ਜਿਹੜੀ ਆਮ ਗਰੀਬ ਸੰਗਤ ਜਿਹੜੀ ਗੁਰਦੁਆਰੇ ਜਾ ਕੇ ਕੁਝ ਸਮਾਂ ਗੁਰਬਾਣੀ ਦਾ ਰਸ ਮਾਣਨਾ ਚਾਹੁੰਦੀ ਹੈ, ਉਹਨਾਂ ਦੇ ਖਿਲਾਫ ਇਹ ਵਰਤਿਆ ਜਾ ਰਿਹਾ ਵੀ ਉਹਨਾਂ ਨੂੰ ਗੁਰਦੁਆਰੇ ਆਉਣਾ ਬੰਦ ਕਰ ਦਿਓ। ਕੱਲ ਤਾਂ ਫਿਰ ਲੰਗਰ ਹਾਲ 'ਚ ਬੈਂਕ 'ਚ ਚੁੱਕੇ ਜਾਣਗੇ। ਨਹੀਂ, ਫਿਰ ਜੇ ਇਹੋ ਜਿਹਾ ਭਾਵਨਾਤਮਕ ਜਿਹਾ ਕੰਮ ਵੱਧਦਾ ਜਾਏਗਾ ਤਾਂ ਫਿਰ ਕਿਤੇ ਕਿਸੇ ਹੱਥ 'ਤੇ ਵੀ ਜਾ ਸਕਦਾ। ਇਹ ਤੇ ਕਿਸੇ ਹੱਥ 'ਤੇ ਵੀ ਜਾ ਸਕਦਾ। ਉਹ ਫਿਰ ਕੱਲ ਨੂੰ ਕਹਿਣਗੇ ਵੀ ਲੰਗਰ ਦੇ ਵਿੱਚੋਂ ਵੀ ਚੁੱਕ ਦਿਓ। ਇਹ ਗਲਤ ਟ੍ਰੈਂਡ ਸ਼ੁਰੂ ਹੋ ਗਿਆ, ਗਲਤ ਪਾਸੇ ਇਹ ਕੰਮ ਤੁਰ ਪਿਆ। ਸਿੱਖੀ ਸਿਧਾਂਤ ਨੂੰ ਲੈ ਕੇ ਜੋ ਚੀਜ਼ਾਂ ਵਾਰਤਾਲਾਪ ਸੰਵਾਦ ਹੁੰਦਾ, ਉਸ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਦਾ। ਸਿੱਖ ਸਿਧਾਂਤ ਹਰ ਇੱਕ ਵਰਗ ਦੇ ਲੋਕਾਂ ਨੂੰ ਸਮਝਣ ਵਾਸਤੇ ਬਹੁਤ ਹੀ ਗੁਰੂ ਗ੍ਰੰਥ ਸਾਹਿਬ ਦੇ ਉਹ ਤੁਕਾਂ ਲਿਖੀਆਂ ਗਈਆਂ ਨੇ, ਸਮਝਾਇਆ ਵੀ ਗਿਆ। ਪਰ ਅੱਜ ਦੀ ਗੱਲ ਕਰੀਏ, ਅੱਜ ਦੇ ਦੌਰ ਦੀ ਗੱਲ ਕਰੀਏ, ਸਿੱਖੀ ਦੇ ਸਿਧਾਂਤ ਉਹੀ ਨੇ, ਪਰ ਜਿਵੇਂ ਜਿਵੇਂ ਇਨਸਾਨ ਡਿਵੈਲਪ ਹੁੰਦਾ ਗਿਆ, ਜਿਵੇਂ ਜਿਵੇਂ ਜ਼ਮਾਨਾ ਬਦਲਦਾ ਗਿਆ, ਕਿ ਬਦਲਾਵ ਜੋ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ। ਧਰਮ ਕੋਈ ਵੀ ਹੈ, ਧਰਮ ਆਪਣੀ ਜਗ੍ਹਾ 'ਤੇ ਨਿਰਪੱਖ ਹੈ, ਸਿਧਾਂਤ ਵੀ ਉਹੀ ਨੇ, ਪਰ ਫਿਰ ਬਦਲਿਆ ਕੀ ਹੈ? ਸਾਡੇ ਵਿੱਚ ਕੀ ਬਦਲਾਵ ਆ ਗਿਆ, ਜਾਂ ਮਨੁੱਖੀ ਖੇਤਰਾਂ ਵਿੱਚ ਕੀ ਬਦਲਾਵ ਆਇਆ? ਇਸ ਸਮੇਂ ਸਭ ਤੋਂ ਜੋ ਚਰਚਾ ਚੱਲੀ ਹੋਈ ਹੈ ਕਿ ਗੁਰਦੁਆਰਿਆਂ ਦੇ ਵਿੱਚ ਜੋ ਪੀੜੇ ਨੇ ਜਾਂ ਬੈਂਚ ਪਏ ਨੇ, ਉਸ ਨੂੰ
ਕਈ ਜੋ ਸਿੰਘ ਨੇ ਬਾਹਰ ਲੈ ਕੇ ਜਾ ਕੇ ਤੋੜਦੇ ਨੇ। ਲੰਗਰ ਹਾਲ ਦੇ ਵਿੱਚ ਵੀ ਬੈਂਚ ਹੁੰਦੇ ਨੇ, ਬਜ਼ੁਰਗ ਲੰਗਰ ਨਹੀਂ ਛਕ ਸਕਦੇ, ਉਹਨਾਂ ਨੂੰ ਬੈਂਚ ਵਿੱਚ ਜਾਂ ਫੱਟੀਆਂ ਦੇ ਉੱਤੇ ਲੰਗਰ ਛਕਾਇਆ ਜਾਂਦਾ। ਇਹ ਮਰਿਆਦਾ ਦੇ ਕੀ ਵਾਕਿਆ ਸਹੀ ਹੈ ਕਿ ਉਲਟਾ? ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਖਾਲਸਾ ਪੰਚਾਇਤ ਵਾਲੇ ਨੇ, ਸਮੇਂ-ਸਮੇਂ ਤੇ ਆਪਣੀ ਗੱਲ ਰੱਖਦੇ ਨੇ ਤੇ ਸਿੱਖ ਬੁੱਧੀਜੀਵੀ ਵੀ ਨੇ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਨੇ, ਕਿਤਾਬਾਂ ਲਿਖ ਕੇ ਇਹਨਾਂ ਨੇ ਦੱਸਿਆ ਵੀ ਹੈ ਵੀ ਸਿੱਖੀ ਸਿਧਾਂਤ ਕੀ ਹੈ। ਪਰ ਇਹਨਾਂ ਕੋਲ ਜਾਣਾਂਗੇ ਕਿ ਅਸਲ ਵਿੱਚ ਸਿੱਖੀ ਸਿਧਾਂਤ ਕਹਿੰਦਾ ਕੀ ਹੈ। ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਸੀਂ ਕਿਤਾਬਾਂ ਵੀ ਲਿਖੀਆਂ ਨੇ, ਉਸ ਕਿਤਾਬਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਇਹ ਦੱਸਣ ਦੀ ਕਿ ਸਿੱਖੀ ਸਿਧਾਂਤ ਕੀ ਹੈ। ਪਰ ਅੱਜ ਦੀ ਗੱਲ ਕਰੀਏ, ਅੱਜ ਜਿਵੇਂ ਆਪਾਂ ਵੀਡੀਓ ਦੇਖ ਰਹੇ ਹਾਂ ਕਿ ਗੁਰਦੁਆਰੇ ਵਿੱਚ ਬੈਂਚ ਪਏ ਨੇ ਅੰਦਰ, ਉਸ ਨੂੰ ਚੁੱਕ ਕੇ ਬਾਹਰ ਰੱਖ ਦਿੱਤੇ ਜਾਂਦੇ ਨੇ, ਕੀ ਇਹ ਸਿੱਖੀ ਸਿਧਾਂਤ ਹੈ ਬਿਲਕੁਲ ਸਹੀ ਹੈ ਕਿ ਉਲਟਾ? ਨਹੀਂ, ਇੱਥੇ ਗੱਲ ਜਿਹੜੀ ਹੈ ਨਾ ਸਿਰਫ ਬੈਂਚਾਂ ਨੂੰ ਅੰਦਰ ਰੱਖਣ ਬਾਹਰ ਰੱਖਣ ਦੀ ਨਹੀਂ। ਮੇਨ ਗੱਲ ਇਹ ਹੈ ਕਿ ਸਿੱਖ ਸਿਧਾਂਤ ਦੀ ਪਰਿਭਾਸ਼ਾ ਕਿੱਥੋਂ ਆਏਗੀ? ਕਿਸੇ ਮਨੁੱਖ ਦੀ ਭਾਵਨਾ ਚੋਂ ਨਿਕਲੇਗੀ ਜਾਂ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੇਗੀ? ਸਿੱਖ ਸਿਧਾਂਤਾਂ ਦੀ ਜੋ ਵੀ ਅਸੀਂ ਅਗਵਾਈ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲੈਣੀ ਹੈ। ਸਭ ਤੋਂ ਪਹਿਲੀ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਨੂੰ ਪੜ੍ਹਿਆ ਜਾਵੇ, ਵਿਚਾਰਿਆ ਜਾਵੇ, ਉਹਨੂੰ ਜੀਵਨ 'ਚ ਅਪਣਾਇਆ ਜਾਵੇ। ਇਹ ਜੋ ਕੁਝ ਅੱਜ ਕੱਲ੍ਹ ਹੋ ਰਿਹਾ ਸਿਰਫ ਭਾਵਨਾ 'ਚ ਹੋ ਰਿਹਾ ਵੀ ਅਸੀਂ ਸਤਿਗੁਰੂ ਦਾ ਸਤਿਕਾਰ ਕਰ ਰਹੇ ਹਾਂ। ਸਤਿਗੁਰੂ ਦਾ ਸਭ ਤੋਂ ਵੱਡਾ ਸਤਿਕਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਿਆ, ਵਿਚਾਰਿਆ ਔਰ ਜੀਵਨ 'ਚ ਅਪਣਾਇਆ ਜਾਵੇ। ਹੁਣ ਅਸੀਂ ਬੈਂਚ ਰੱਖਣੇ ਕਿਉਂ ਪਏ? ਇਸ ਕਰਕੇ ਕਿ ਕੁਝ ਲੋਕ ਨੇ ਜਿਨ੍ਹਾਂ ਦੇ ਸਰੀਰ ਨਹੀਂ ਇਜਾਜ਼ਤ ਦਿੰਦਾ, ਬਜ਼ੁਰਗ ਹੋ ਗਏ, ਉਹ ਨਹੀਂ ਥੱਲੇ ਬੈਠ ਸਕਦੇ। ਮੈਂ ਖੁਦ ਜੇ ਕਹਾਂ ਵੀ ਮੈਂ ਉਹਨਾਂ ਦੇ ਵਿੱਚੋਂ ਹਾਂ ਕਿ ਮੈਂ ਬਹੁਤੀ ਦੇਰ 15 ਮਿੰਟ ਤੋਂ ਉੱਤੇ ਚੌਂਕੜੀ ਮਾਰ ਕੇ ਥੱਲੇ ਨਹੀਂ ਬਹਿ ਸਕਦਾ। ਫਿਰ ਇਹਦਾ ਮਤਲਬ ਤਾਂ ਇਹ ਹੋਇਆ ਕਿ ਜਿਹੜੇ ਇਹੋ ਜਿਹੇ ਨੇ ਉਹਨਾਂ ਨੂੰ ਗੁਰਦੁਆਰੇ ਜਾਣਾ ਮਨਾ ਕਰਤਾ ਸੀ। ਮੁੰਜੇ ਬਹਿਣਾ ਜ਼ਿਆਦਾ ਇੰਪੋਰਟੈਂਟ ਹੈ ਕਿ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਕੀਰਤਨ ਸੁਣਨਾ, ਉੱਥੇ ਵਿਚਾਰਾਂ ਸੁਣਨੀਆਂ, ਉਹ ਜ਼ਿਆਦਾ ਇੰਪੋਰਟੈਂਟ ਹੈ। ਇਹ ਤਾਂ ਇੱਕ ਭਾਵਨਾ 'ਚੋਂ ਨਿਕਲਿਆ ਹੋਇਆ ਉਬਾਲ ਹੈ। ਔਰ ਜਿਹੜੇ ਅਗਿਆਨੀ ਲੋਕ ਨੇ ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਕੋਈ ਨਹੀਂ, ਉਹ ਇਹ ਕੰਮ ਕਰਦੇ ਨੇ ਔਰ ਇਹ ਬੜਾ ਹੀ ਗਲਤ ਕੰਮ ਜਿਹੜਾ ਸ਼ੁਰੂ ਹੋਇਆ। ਮੈਂ ਇਹਦੀ ਆਪਣੇ ਵੱਲੋਂ ਭਰਪੂਰ ਲਫ਼ਜ਼ਾਂ ਨਿਖੇਧੀ ਕਰਾਂਗਾ ਔਰ ਮੈਂ ਕਹਾਂਗਾ ਕਿ ਇਸ ਪਾਗਲਪਨ ਨੂੰ ਫੌਰਨ ਰੋਕ ਦੇਣਾ ਚਾਹੀਦਾ। ਤੁਸੀਂ ਲੋਕਾਂ ਨੂੰ ਗੁਰਦੁਆਰੇ ਜਾਣ ਤੋਂ ਮਨਾ ਕਰ ਰਹੇ ਹੋ। ਤੁਸੀਂ ਜਿਹੜੇ ਨਹੀਂ ਉੱਥੇ ਜਾ ਕੇ ਪੁੰਜੇ ਬੈਠ ਸਕਦੇ, ਉਹਨਾਂ ਨੂੰ ਇਹ ਮੈਸੇਜ ਦੇ ਰਹੇ ਹੋ ਕਿ ਤੁਹਾਨੂੰ ਗੁਰਦੁਆਰੇ ਆਉਣ ਦੀ ਜ਼ਰੂਰਤ ਨਹੀਂ ਹੈ। ਜਦਕਿ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਜਾਵੇ, ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੀਰਤਨ ਸੁਣੇ, ਗੁਰਮਤਿ ਦੀਆਂ ਵਿਚਾਰਾਂ ਸੁਣੇ, ਉਹਨਾਂ ਦੇ ਜੀਵਨ 'ਚ ਕੋਈ ਤਬਦੀਲੀ ਆਵੇ। ਇਹੋ ਜਿਹੀਆਂ ਭਾਵਨਾਵਾਂ ਜਿਹੜੀਆਂ ਸਿੱਖ ਨੂੰ ਗੁਰਮਤਿ ਨਾਲੋਂ ਤੋੜਦੀਆਂ ਹੋਣ, ਗੁਰਬਾਣੀ ਨਾਲੋਂ ਤੋੜਦੀਆਂ ਹੋਣ, ਉਹਨਾਂ ਦਾ ਕੀ ਲਾਭ ਹੈ? ਅੱਛਾ ਖਾਲਸਾ ਜੀ, ਇੱਕ ਵੀ ਚੀਜ਼ ਕਹੀ ਜਾਂਦੀ ਹੈ ਕਿ ਇਹ ਤਾਂ ਅੱਜ ਚੀਜ਼ਾਂ ਸ਼ੁਰੂ ਹੋਈਆਂ ਨੇ, ਕਿ ਇਸ ਤੋਂ ਪਹਿਲਾਂ ਵੀ ਚੀਜ਼ਾਂ ਹੁੰਦੀਆਂ ਸੀ, ਅੱਜ ਤੋਂ 200 ਸਾਲ ਪਹਿਲਾਂ, 300 ਸਾਲ ਪਹਿਲਾਂ, ਕਿ ਫੱਟੀਆਂ ਰੱਖੀਆਂ ਜਾਂਦੀਆਂ ਸੀ ਜਾਂ ਬੈਂਚ ਰੱਖੇ ਜਾਂਦੇ ਸੀ, ਕਿ ਅੱਜ ਹੀ ਸ਼ੁਰੂ ਹੋਇਆ ਵਾਲਾ? ਨਹੀਂ, ਦੇਖੋ, ਇਹ ਹਰ ਚੀਜ਼ ਜਿਹੜੀ ਹੈ ਸਮੇਂ ਦੀ ਲੋੜ 'ਚੋਂ ਨਿਕਲਦੀ ਹੈ। ਸਾਡਾ ਅੱਜ ਕੱਲ੍ਹ ਜਿਹੜਾ ਲਾਈਫ ਸਟਾਈਲ ਬਣ ਗਿਆ ਉਹ ਇਹੋ ਜਿਹਾ ਬਣ ਗਿਆ ਕਿ ਬਹੁਤ ਛੇਤੀ ਪਹਿਲਾਂ ਔਰਤਾਂ ਘਰ ਰੋਟੀ ਬਣਾਉਂਦੀਆਂ ਸੀ ਨਾ, ਪੁੰਜੇ ਬਹਿ ਕੇ ਬਣਾਉਂਦੀਆਂ ਸੀ। ਉੱਠਣਾ ਬਹਿਣਾ ਉਹ ਸਾਰੀ ਜ਼ਿੰਦਗੀ ਚੱਲਦਾ ਰਹਿੰਦਾ ਸੀ। ਅੱਜ ਸਾਡੀਆਂ ਰਸੋਈਆਂ ਉਹੋ ਜਿਹੀਆਂ ਨੇ ਜਿੱਥੇ ਖੜੇ ਹੋ ਕੇ ਰਸੋਈ ਬਣਾਉਣੀ ਹੈ। ਖੜੇ ਹੋ ਕੇ ਰਸੋਈ ਬਣਾਉਣ ਦੀ ਵਜ੍ਹਾ ਕਰਕੇ ਬਹੁਤ ਛੇਤੀ ਉਹਨਾਂ ਦੇ ਗੋਡਿਆਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ। ਇਹ ਔਰਤਾਂ ਦੇ ਜ਼ਿਆਦਾ ਪ੍ਰੋਬਲਮ ਹੈ, ਆਦਮੀਆਂ ਦੇ ਵੀ ਹੈ। ਆਦਮੀਆਂ ਦੇ ਡਿਫਰੈਂਟ ਟਾਈਪ ਦੀ ਹੈ। ਜਿਸ ਤਰ੍ਹਾਂ ਹੁਣ ਮੈਨੂੰ ਖਲੋਣ 'ਚ ਪ੍ਰੋਬਲਮ ਨਹੀਂ, ਪਰ ਮੈਨੂੰ ਚੌਂਕੜੀ ਮਾਰ ਕੇ ਬਹਿਣ 'ਚ ਪ੍ਰੋਬਲਮ ਹੈ। ਉਹ ਪ੍ਰੋਬਲਮ ਜਿਹੜੀ ਹੈ ਪਿਛਲੇ 2-3 ਸਾਲਾਂ ਤੋਂ ਹੋਈ ਹੈ। ਅਸੀਂ ਸਮੇਂ ਦੇ ਇਹ ਨਹੀਂ ਵੇਖਣਾ ਕਿ ਹੁਣ ਜੇ ਇਹ ਹੀ ਕਹੀਏ ਕਿ ਪੁਰਾਣੇ ਸਮੇਂ 'ਚ ਨਹੀਂ ਸੀ ਹੁੰਦਾ, ਤੇ ਪੁਰਾਣੇ ਸਮੇਂ 'ਚ ਤਾਂ ਸਿੱਖ ਘੋੜੀਆਂ 'ਤੇ ਚੜ੍ਹਦੇ ਸਨ, ਅੱਜ ਕਾਰਾਂ 'ਤੇ ਕਿਉਂ ਚੜ੍ਹੇ ਫਿਰਦੇ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਾਨੂੰ ਸ਼ਸਤਰ ਦੇ ਤੌਰ 'ਤੇ ਸਿਰਫ ਕਿਰਪਾਨ ਦਿੱਤੀ ਸੀ, ਹੋਰ ਸ਼ਸਤਰਾਂ ਦੀ ਗੱਲ ਕਿਉਂ ਹੋ ਰਹੀ ਹੈ? ਇਹ ਪ੍ਰਮਾਣ ਹੀ ਗਲਤ ਨੇ, ਇਹ ਸੋਚ ਹੀ ਗਲਤ ਹੈ। ਪੁਰਾਣੇ ਸਮੇਂ ਵਾਲੀ ਕਿ ਉਦੋਂ ਇਹ ਹੁੰਦਾ ਸੀ ਤਾਂ ਹੁਣ ਉਹੀ ਹੋਣਾ ਚਾਹੀਦਾ। ਗੁਰਬਾਣੀ ਨਹੀਂ ਬਦਲੀ, ਗੁਰਬਾਣੀ ਦੇ ਸਿਧਾਂਤ ਨਹੀਂ ਬਦਲੇ, ਲੇਕਿਨ ਜੀਵਨ ਦੇ ਹਾਲਾਤ ਬਦਲੇ ਨੇ। ਉਹਨਾਂ ਹਾਲਾਤ ਦੇ ਮੁਤਾਬਕ ਉਸ ਗੁਰਬਾਣੀ ਨੂੰ ਲੈਣ ਵਾਸਤੇ ਔਰ ਗੁਰਬਾਣੀ ਨੂੰ ਸੁਣਨ ਦੇ ਵਾਸਤੇ, ਗੁਰਬਾਣੀ ਨੂੰ ਜੀਵਨ 'ਚ ਅਪਣਾਉਣ ਦੇ ਵਾਸਤੇ ਜੇ ਸਾਨੂੰ ਕੋਈ ਸਾਧਨ ਜਿਹੜੇ ਨੇ ਉਹ ਚੇਂਜ ਕਰਨੇ ਪੈਂਦੇ ਨੇ ਤਾਂ ਸਮੇਂ ਨਾਲ ਕਰਨੇ ਚਾਹੀਦੇ ਨੇ। ਯਾਨੀ ਕਿ ਸਿਧਾਂਤ ਉਹੀ ਨੇ, ਪਰ ਮਨੁੱਖ ਬਦਲ ਗਿਆ, ਮਨੁੱਖ 'ਚ ਫਿਰ ਅਦਲਾ ਬਦਲੀ ਹੋ ਗਈ, ਵਾਤਾਵਰਨ ਬਦਲ ਗਿਆ, ਸਿਧਾਂਤ ਉਹੀ ਨੇ। ਹਾਲਾਤ ਬਦਲ ਗਏ ਨੇ, ਸਰੀਰਕ ਹਾਲਾਤ ਬਦਲ ਗਏ ਨੇ। ਉਹ ਉਹਨਾਂ ਹਾਲਾਤ, ਮੈਂ ਬਦਲੇ ਸਮਾਜਿਕ ਹਾਲਾਤ ਦੀ ਗੱਲ ਨਹੀਂ ਕਰ ਰਿਹਾ, ਮੈਂ ਸਰੀਰਕ ਹਾਲਾਤ ਦੀ ਗੱਲ ਕਰ ਰਿਹਾ। ਇਹ ਨਹੀਂ ਕਿ ਸਮਾਜ ਦੇ ਵਿੱਚ ਫੈਸ਼ਨ ਪ੍ਰਸਤੀ ਆ ਗਈ ਹੈ ਤੇ ਇਸ ਕਰਕੇ ਉੱਥੇ ਕੁਰਸੀਆਂ ਰੱਖ ਦਿਓ।
ਉੱਥੇ ਕੁਰਸੀਆਂ ਜਾਂ ਬੈਂਚ ਇਸ ਕਰਕੇ ਰੱਖੋ ਕਿਉਂਕਿ ਬਜ਼ੁਰਗ ਜਿਹੜੇ ਨੇ ਉਹ ਥੱਲੇ ਨਹੀਂ ਬਹਿ ਸਕਦੇ, ਉਹਨਾਂ ਨੂੰ ਬਹਿਣ ਦੇ ਵਿੱਚ ਪ੍ਰੋਬਲਮ ਹੈ ਤੇ ਉਹਨਾਂ ਨੂੰ ਬਹਿ ਕੇ ਉੱਥੇ ਕੀਰਤਨ ਸੁਣਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਇਹ ਵਿਵਾਦ ਬੜਾ ਸਮਾਂ ਪਹਿਲੇ ਬਾਹਰ ਵਿਦੇਸ਼ ਦੇ ਵਿੱਚ ਚੱਲਿਆ ਸੀ ਕਿ ਭੁੰਜੇ ਬਹਿ ਕੇ ਲੰਗਰ ਛਕਣਾ ਹੈ ਜਾਂ ਬੈਂਚਾਂ 'ਤੇ ਬਹਿ ਕੇ ਛਕਣਾ ਹੈ। ਉਦੋਂ ਵੀ ਇਹ ਬਹੁਤ ਭਾਵਕ ਜਿਹਾ ਵਿਸ਼ਾ ਜਿਹੜਾ ਆਇਆ ਸੀ ਔਰ ਬਦਕਿਸਮਤ ਦੀ ਗੱਲ ਹੈ ਕਿ ਫੈਸਲੇ ਜਿਹੜੇ ਨੇ ਭਾਵਕ ਕੀਤੇ ਗਏ। ਹੁਣ ਅਸਲ ਦੇ ਵਿੱਚ ਕਿਉਂ ਹੈ ਕਿ ਭੁੰਜੇ ਬਹਿ ਕੇ ਲੰਗਰ ਛਕਣਾ ਹੈ? ਇੱਕ ਤੇ ਨਿਮਰਤਾ, ਦੂਸਰੀ ਸਭ ਤੋਂ ਵੱਡੀ ਗੱਲ ਹੈ ਬਰਾਬਰੀ। ਸਾਰਿਆਂ ਨੇ ਇੱਕੋ ਪੰਗਤ ਦੇ ਵਿੱਚ ਬਹਿ ਕੇ ਛਕਣਾ ਹੈ। ਜੇ ਬੈਂਚ ਦੇ ਉੱਤੇ ਬਹਿ ਕੇ ਇੱਕੋ ਪੰਗਤ ਦੇ ਵਿੱਚ ਬਹਿ ਕੇ ਛਕ ਰਹੇ ਨੇ, ਇਸ ਗੱਲ ਦਾ ਭੇਦਭਾਵ ਕੋਈ ਨਹੀਂ ਕਿ ਮੇਰੇ ਨਾਲ ਕੌਣ ਬੈਠਾ ਹੋਇਆ, ਉਹ ਛੋਟੀ ਜ਼ਾਤ ਦਾ ਜਾਂ ਵੱਡੀ ਜ਼ਾਤ ਦਾ ਜਾਂ ਕੋਈ ਬਾਦਸ਼ਾਹ ਹੈ ਜਾਂ ਫਕੀਰ ਹੈ, ਤੇ ਫਿਰ ਕੋਈ ਫਰਕ ਨਹੀਂ ਪੈਂਦਾ। ਜੇ ਅਗਲੇ ਹਾਲਾਤ ਦੇ ਵਿੱਚ ਉਹਨੂੰ ਅਪਣਾਇਆ ਜਾਏ ਤਾਂ ਉਹਦੇ ਵਿੱਚ ਕੁਝ ਗਲਤ ਨਹੀਂ। ਲੇਕਿਨ ਉਹੀ ਗੱਲਾਂ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਪੁਰਾਤਨ ਸਮੇਂ ਦੇ ਵਿੱਚ ਇਹ ਹੁੰਦਾ ਸੀ। ਹੁਣ ਪੁਰਾਤਨ ਸਮੇਂ ਦੇ ਵਿੱਚ ਜਿਸ ਵੇਲੇ ਸੜਕਾਂ ਕੱਚੀਆਂ ਸਨ, ਰਸਤੇ ਕੱਚੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਤੇ ਲਿਜਾਣਾ ਹੁੰਦਾ ਸੀ ਤੇ ਉਹ ਕੱਚੇ ਰਸਤਿਆਂ ਤੇ ਪਾਣੀ ਦਾ ਤਰਕਾ ਕੀਤਾ ਜਾਂਦਾ ਸੀ ਕਿ ਲੋਕੀ ਆਉਣ ਤੇ ਧੂੜ ਨਾ ਉੱਡੇ। ਹੁਣ ਅੱਜ ਪੱਕੀਆਂ ਸੜਕਾਂ ਬਣ ਗਈਆਂ। ਮੈਂ ਵੇਖਿਆ ਕਈ ਜਗ੍ਹਾ ਤੇ ਥੱਲੇ ਦਰੀਆਂ ਵਿਛੀਆਂ ਹੁੰਦੀਆਂ ਨੇ ਜਾਂ ਕਾਰਪੇਟ ਵਿਛੇ ਹੁੰਦੇ ਨੇ, ਉੱਤੇ ਚਾਦਰਾਂ ਵਿਛੀਆਂ ਹੁੰਦੀਆਂ ਨੇ, ਉਹਦੇ ਉੱਤੇ ਗੜਵੀ ਦੇ ਵਿੱਚ ਜਾਂ ਗਲਾਸ 'ਚ ਇੰਨਾ ਕੁ ਪਾਣੀ ਲੈ ਕੇ ਆਂਦੇ ਅਸੀਂ ਸੁੱਟੀ ਜਾਂਦੇ ਹਾਂ। ਇੱਕ ਕਰਮਕਾਂਡ ਬਣਾ ਲਿਆ ਨਾ ਵੀ ਇਹ ਕਰਨਾ ਜ਼ਰੂਰੀ ਹੈ। ਜਿਹੜੇ ਹਾਲਾਤ ਬਦਲੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਿੰਨਾ ਕਰੀਏ ਥੋੜ੍ਹਾ, ਪੂਰਾ ਸਤਿਕਾਰ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਚੀ ਨਾ ਜਗ੍ਹਾ ਬਣਾਈ ਹੋਵੇ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਪੀੜਾ ਸਾਹਿਬ ਪ੍ਰਕਾਸ਼ ਕੀਤਾ ਹੋਇਆ, ਪੀੜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸੰਗਤ ਦੇ ਬਹਿਣ ਵਾਸਤੇ ਜੋ ਵੀ ਜਗ੍ਹਾ ਹੋਵੇ ਉਸ ਤੋਂ ਨੀਵੀਂ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਤਾਂ ਹੋਏਗੀ ਜੇ ਅਸੀਂ ਉਸ ਤੋਂ ਉੱਚਾ ਹੋ ਕੇ ਬੈਠਾਂਗੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਗੱਦਾ ਲਾ ਕੇ ਬੈਠਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਨੂੰ ਸਤਿਕਾਰ ਦੇਵਾਂਗੇ। ਆਹ ਤਾਂ ਕਿੰਨੀਆਂ ਫੋਟੋ ਛਪ ਰਹੀਆਂ ਨੇ, ਕਿੰਨੇ ਡੇਰੇਦਾਰ ਨੇ ਜਿਹੜੇ ਬਰਾਬਰ ਗੱਦੇ ਲਾ ਕੇ ਬਹਿੰਦੇ ਨੇ, ਉਹਨਾਂ ਦੇ ਖਿਲਾਫ ਤਾਂ ਆਵਾਜ਼ ਉਠਾਈ ਨਹੀਂ। ਤੇ ਜਿਹੜੀ ਆਮ ਗਰੀਬ ਸੰਗਤ ਜਿਹੜੀ ਗੁਰਦੁਆਰੇ ਜਾ ਕੇ ਕੁਝ ਸਮਾਂ ਗੁਰਬਾਣੀ ਦਾ ਰਸ ਮਾਣਨਾ ਚਾਹੁੰਦੀ ਹੈ, ਉਹਨਾਂ ਦੇ ਖਿਲਾਫ ਇਹ ਵਰਤਿਆ ਜਾ ਰਿਹਾ ਵੀ ਉਹਨਾਂ ਨੂੰ ਗੁਰਦੁਆਰੇ ਆਉਣਾ ਬੰਦ ਕਰ ਦਿਓ। ਲੰਗਰ ਹਾਲ ਦੇ ਵਿੱਚ ਵੀ ਬੈਂਚ ਲੱਗੇ ਹੋਏ ਨੇ ਕਈ ਗੁਰਦੁਆਰਿਆਂ ਵਿੱਚ। ਕੱਲ ਨੂੰ ਫਿਰ ਕੀ ਬੈਂਚ ਵੀ ਚੁੱਕਣਗੇ? ਜੇ ਅੱਜ ਗੁਰਦੁਆਰੇ ਜਿੱਥੇ ਆਪਾਂ ਕੀਰਤਨ ਸਰਵਨ ਕਰਨੇ ਉਹ ਚੁੱਕ ਕੇ ਬੈਂਚ ਬਾਹਰ ਰੱਖਦੇ ਨੇ, ਕੱਲ ਤਾਂ ਫਿਰ ਲੰਗਰ ਹਾਲ 'ਚ ਵੀ ਬੈਂਚ ਚੁੱਕੇ ਜਾਣਗੇ। ਨਹੀਂ, ਫਿਰ ਜੇ ਇਹੋ ਜਿਹਾ ਭਾਵਨਾਤਮਕ ਜਿਹਾ ਕੰਮ ਵੱਧਦਾ ਜਾਏਗਾ ਤਾਂ ਫਿਰ ਕਿਤੇ ਕਿਸੇ ਹੱਥ 'ਤੇ ਵੀ ਜਾ ਸਕਦਾ ਹੈ। ਇਹ ਤੇ ਕਿਸੇ ਹੱਥ 'ਤੇ ਵੀ ਜਾ ਸਕਦਾ ਹੈ। ਉਹ ਫਿਰ ਕੱਲ ਨੂੰ ਕਹਿਣਗੇ ਵੀ ਲੰਗਰ ਦੇ ਵਿੱਚੋਂ ਵੀ ਚੁੱਕ ਦਿਓ। ਇਹ ਗਲਤ ਟ੍ਰੈਂਡ ਸ਼ੁਰੂ ਹੋ ਗਿਆ, ਗਲਤ ਪਾਸੇ ਕੰਮ ਤੁਰ ਪਿਆ। ਲੱਗਾ ਸੀ ਕਿ ਨੌਜਵਾਨ ਆਇਆ ਇੱਕ, ਉਹ ਕੌਮ ਨੂੰ ਨਵੀਂ ਅਗਵਾਈ ਦੇਣ ਲੱਗਾ, ਨੌਜਵਾਨਾਂ ਦੀ ਨਵਾਂ ਜੋਸ਼ ਭਰਨ ਲੱਗਾ, ਔਰ ਉਹ ਨੌਜਵਾਨ ਤਾਂ ਬਹੁਤ ਗਲਤ ਪਾਸੇ ਤੁਰ ਪਿਆ ਆਪ ਵੀ, ਤੇ ਕੌਮ ਨੂੰ ਵੀ ਗਲਤ ਪਾਸੇ ਲੈ ਕੇ ਤੁਰ ਪਿਆ। ਵਾਹਿਗੁਰੂ ਮਿਹਰ ਕਰੇ। ਕੀ ਸਿਰ ਲੈਣਾ ਹੈ ਅਸੀਂ ਜਾਂ ਸਿਰ ਦੇਣਾ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਹੀ ਨਹੀਂ ਹੋ, ਇਹ ਕਿੱਧਰ ਨੂੰ ਗੱਲ ਜਾਂਦੀ ਹੈ? ਇਹ ਖੁਦ ਉਹਨਾਂ ਨੇ ਕਹੇ ਨੇ ਵੀਡੀਓ ਵਿੱਚ। ਨਹੀਂ, ਫਿਰ ਸਿਰ ਕਿਹਦੇ ਵਾਸਤੇ ਲੈਣਾ ਤੇ ਕਿਹਦੇ ਵਾਸਤੇ ਦੇਣਾ? ਜਿਹੜੇ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਖਾਲਿਸਤਾਨ ਦਾ ਮਤਲਬ ਤਾਂ ਇਹ ਹੈ ਵੀ ਖਾਲਸਿਆਂ ਦਾ ਰਾਜ। ਖਾਲਸਾ ਉਹ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਖੜ੍ਹਾ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਪਣਾਈ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜੀ ਨਹੀਂ ਪਤਾ ਤੇ ਫਿਰ ਕਿਹੜੇ ਖਾਲਿਸਤਾਨ ਦੀ ਗੱਲ ਕਰ ਰਹੇ ਆ ਜਾਂ ਕਿਹੜੀ ਕੌਮ ਦੇ ਘਰ ਦੀ ਗੱਲ ਕਰ ਰਹੇ ਆ? ਫਿਰ ਤਾਂ ਮਜ਼ਾਕ ਕਰ ਰਹੇ ਆ। ਫਿਰ ਤਾਂ ਸਿਰਫ ਇੰਨਾ ਹੈ ਵੀ ਕੌਮ ਦੇ ਵਿੱਚ ਇੱਕ ਜੋਸ਼ ਪੈਦਾ ਕਰਕੇ ਪਹਿਲਾਂ ਬਥੇਰੇ ਨੌਜਵਾਨਾਂ ਦਾ ਘਾਣ ਹੋਇਆ ਤੇ ਹੋਰ ਨੌਜਵਾਨਾਂ ਦਾ ਘਾਣ ਕਰਾ ਦਿਓ, ਉਸ ਤੋਂ ਉੱਤੇ ਤਾਂ ਕੋਈ ਪ੍ਰਾਪਤੀ ਨਹੀਂ। ਤੇ ਆਪਾਂ ਜਾ ਕਿਹੜੇ ਪਾਸੇ ਦੀਆਂ? ਤੁਸੀਂ ਬ੍ਰਹਮਣਵਾਦੀ ਦੀ ਗੱਲ ਕਰਦੇ ਹੋ, ਕਿਤਾਬਾਂ 'ਚ ਲਿਖਿਆ ਵੀ ਹੈ ਤੁਸੀਂ ਬ੍ਰਹਮਣਵਾਦ ਨੂੰ ਲੈ ਕੇ ਵੀ ਸਿੱਖੀ ਦੇ ਜੋ ਸਿਧਾਂਤ ਨੇ, ਕੁਝ ਵਿਅਕਤੀ ਬ੍ਰਹਮਣਵਾਦ ਵਾਲੇ ਪਾਸੇ ਉਹਨੂੰ ਧਕੇਲਦੇ ਨੇ। ਫਿਰ ਇਹ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਸਾਰੀ? ਨਹੀਂ, ਕੁਝ ਵਿਅਕਤੀ ਨਹੀਂ, ਪੂਰਾ ਡੇਰਾਵਾਦ ਜਿਹੜਾ ਹੈ ਨਾ, ਜਿੰਨੇ ਡੇਰੇਦਾਰ ਨੇ, ਇਹ ਬ੍ਰਹਮਣਵਾਦ ਦੇ ਏਜੰਟ ਨੇ ਸਿੱਖ ਕੌਮ ਦੇ ਵਿੱਚ। ਇਹ ਬ੍ਰਾਹਮਣਵਾਦ ਦੇ ਏਜੰਟ ਨੇ ਸਿੱਖ ਕੌਮ ਦੇ ਵਿੱਚ। ਇਹ ਇਹਨੂੰ ਬ੍ਰਾਹਮਣਵਾਦੀ ਸੰਪਰਦਾਈ ਸਿਸਟਮ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਹੈ। ਗੱਲਾਂ ਗੁਰੂ ਗ੍ਰੰਥ ਸਾਹਿਬ ਦੀਆਂ ਕਰਦੇ ਨੇ, ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀਆਂ ਕਰਦੇ ਨੇ, ਲੇਕਿਨ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਉਲਟ ਪਾਸੇ ਲੈ ਕੇ ਜਾ ਰਹੇ ਨੇ। ਇਹ ਸਭ ਤੋਂ ਖਤਰਨਾਕ ਲੋਕ ਨੇ। ਪਰ ਜੇ ਅੱਜ ਦੇ ਦੌਰ ਦੀ ਗੱਲ ਕਰੀਏ, ਜਾਂ ਅੱਜ ਜੋ ਚੀਜ਼ਾਂ ਵਾਪਰ ਰਹੀਆਂ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਟੱਲ ਹੈ, ਉਸ ਵਿੱਚ ਸਿਧਾਂਤਾਂ ਦੀ ਲੋੜ ਹੈ, ਸੰਵਾਦ ਦੀ ਲੋੜ ਹੈ, ਕੁਝ ਕਹਿਣਾ ਵੀ ਪੈਣਾ, ਕੁਝ ਸੁਣਨਾ ਵੀ ਪੈਣਾ। ਬਾਬੇ ਨਾਨਕ ਜੀ ਨੇ ਵੀ ਕਿਹਾ ਸੀ ਕਿ ਵਿਚਾਰ ਵੀ ਕਰਨੇ ਚਾਹੀਦੇ ਨੇ, ਸੰਵਾਦ ਵੀ ਕਰਨੇ ਚਾਹੀਦੇ ਨੇ। ਕਿ ਸੰਵਾਦ ਅਸੀਂ ਕਰ ਰਹੇ ਹਾਂ, ਜੇ ਤੁਹਾਡੀ ਗੱਲ ਨਾਲ ਕੋਈ ਸਹਿਮਤ ਨਹੀਂ ਹੈਗਾ, ਕਿ ਤੁਹਾਡਾ ਦੁਸ਼ਮਣ ਬਣ ਗਿਆ, ਤੁਹਾਡਾ ਲੋਚਕ ਹੈ, ਕਿ ਸੰਵਾਦ ਕਰ ਰਹੇ ਹਾਂ? ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਨਾ, ਆਹ ਜਿਹੜੀ ਤੁਸੀਂ ਗੱਲ ਕਹੀ ਹੈ, ਸਿੱਖੀ ਦੀ ਤੇ ਸ਼ੁਰੂਆਤ ਸੰਵਾਦ ਦੇ ਨਾਲ ਹੈ। ਇੱਕ ਜਿਹੜਾ ਕਹਿ ਦਿੰਦਾ ਵੀ ਤਰਕ ਨਹੀਂ ਕਰਨਾ,
ਸਿੱਖੀ ਤੇ ਸ਼ੁਰੂ ਤਰਕ ਨਾਲ ਹੁੰਦੀ ਹੈ। ਮੰਨਿਆ ਜਾਂਦਾ ਸੀ ਵੀ ਬੜੇ ਦੇਵੀ ਦੇਵਤੇ ਨੇ, ਓਮ ਸੀ, 3 ਦੀ ਸ਼ੇਪ ਦਾ ਸੀ, ਵੀ 3 ਦੇਵਤੇ ਨੇ ਜਿਹੜੇ ਸੰਸਾਰ ਦਾ ਸਿਲਸਿਲਾ ਚਲਾ ਰਹੇ ਨੇ, ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਮੇਰੇ ਸਤਿਗੁਰੂ ਨੇ ਉਸ 3 ਦਾ ਮੂੰਹ ਬੰਦ ਕਰਕੇ ਉੱਤੇ ਕਾਰ ਲਾਤੀ, ਅੱਗੇ ਏਕਾ ਲਾਤਾ ਵੀ ਨਹੀਂ, ਇਹ 3 ਨਹੀਂ ਚਲਾ ਰਹੇ, 1 ਚਲਾ ਰਿਹਾ, ਇੱਕ ਓੰਕਾਰ। ਇਹ ਕ੍ਰਿਟਿਸਿਜ਼ਮ ਨਹੀਂ ਸੀ ਵੀ ਆਹ ਗਲਤ ਹੈ, ਆਹ ਠੀਕ ਹੈ। ਉਹ ਗਲਤ ਹੈ ਜੋ ਤੁਸੀਂ ਕਰ ਰਹੇ ਹੋ। ਇਹ ਸਿੱਖੀ ਦੀ ਤਾਂ ਸ਼ੁਰੂਆਤ ਇੱਥੋਂ ਹੈ। ਤੇ ਇੱਥੇ ਕਹਿ ਰਹੇ ਜੀ ਤਰਕ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਕਿੱਥੋਂ ਪੜ੍ਹ ਕੇ ਆਏ ਨੇ, ਕਿੱਥੋਂ ਦੀ ਸਮਝ ਲੈ ਕੇ ਆਏ ਨੇ। ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕਿੰਨਾ ਕੁ ਸੰਬੰਧ ਹੈ, ਇਹਨਾਂ ਨੂੰ ਸਿੱਖੀ ਦੀ ਕਿੰਨੀ ਕੁ ਸਮਝ ਹੈ। ਇੱਕ ਸਿਰਫ ਇਹ ਕਹਿ ਦੇਣਾ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ, ਤੇ ਜਿੰਨੇ ਛਕਾਉਣਾ, ਜਿਹਨੂੰ ਛਕਾਉਣਾ ਹੈ ਉਹਨੂੰ ਪਤਾ ਹੀ ਨਹੀਂ ਵੀ ਅੰਮ੍ਰਿਤ ਹੁੰਦਾ ਕੀ ਹੈ। ਇਹ ਭਾਵਨਾ ਚ ਹੋ ਰਿਹਾ, ਭਾਵਨਾ 'ਚ ਹੋ ਰਿਹਾ। ਔਰ ਇਹ ਭਾਵਨਾਵਾਂ ਜਿਹੜੀਆਂ ਨੇ ਨਾ, ਇਹ ਬੜੀ ਖਤਰਨਾਕ ਹੁੰਦੀਆਂ ਨੇ। ਇਹ ਖੁਦ ਅੰਮ੍ਰਿਤਪਾਲ ਸਿੰਘ ਦਾ ਬਿਆਨ ਆਇਆ ਸੀ ਕਿ ਆਪਾਂ ਪੜ੍ਹ ਕੇ ਕੀ ਲੈਣਾ, ਪੜ੍ਹ ਕੇ ਬੰਦਾ ਦਲੇਰ ਨਹੀਂ ਬਣਦਾ। ਇਹ ਗੱਲ ਬਿਲਕੁਲ ਸਹੀ ਹੈ। ਮੈਂ ਇਸ ਬਿਆਨ ਬਾਰੇ ਕੀ ਕਹਾਂ। ਅੱਜ ਦੇ ਯੁੱਗ ਦੇ ਵਿੱਚ ਜਿਸ ਵੇਲੇ ਦੁਨੀਆ ਦੇ ਵਿੱਚ ਲੜਾਈ ਜਿਹੜੀ ਹੈ ਅਕਲ ਦੀ ਹੈ, ਇਹ ਬੰਦਾ ਕਹਿ ਰਿਹਾ ਕਿ ਸਾਡੇ ਨੌਜਵਾਨਾਂ ਨੂੰ ਅਕਲ ਲੈਣੀ ਨਹੀਂ ਚਾਹੀਦੀ, ਸਾਡੇ ਬੱਚਿਆਂ ਨੂੰ ਅਕਲ ਲੈਣੀ ਨਹੀਂ ਚਾਹੀਦੀ, ਕਿਉਂਕਿ ਅਕਲ ਤਾਂ ਵਿਦਿਆ ਨਾਲ ਆਉਣੀ ਹੈ। ਜਿਹੜਾ ਬੰਦਾ ਇੱਥੋਂ ਹੀ ਕੌਮ ਨੂੰ ਸਮਝ ਜਾਣਾ ਚਾਹੀਦਾ ਵੀ ਕਿਸ ਪਾਸੇ ਲੈ ਕੇ ਜਾਣਾ ਚਾਹੁੰਦਾ ਕੌਮ ਨੂੰ। ਸਤਿਗੁਰੂ ਦੀ ਬਾਣੀ ਕਹਿੰਦੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ। ਅਕਲੀ ਪੜ੍ਹ ਕੇ ਬੁੱਝੀਐ। ਗੁਰਬਾਣੀ ਦਾ ਬਾਰ-ਬਾਰ ਜਿਹੜੀ ਹੈ ਇਹੀ ਸਿੱਖਿਆ ਦਿੰਦੀ ਹੈ ਕਿ ਗਿਆਨ ਪ੍ਰਾਪਤ ਕਰੋ, ਗਿਆਨ ਹਾਸਲ ਕਰੋ, ਗਿਆਨਵਾਨ ਬਣੋ। ਇਹ ਕਹਿੰਦੇ ਨੇ ਕਿ ਪੜ੍ਹਾਈ ਨਾ ਕਰੋ। ਇਸ ਤੋਂ ਮਾੜਾ ਵਿਚਾਰ ਹੋਰ ਕੀ ਦਿੱਤਾ ਜਾ ਸਕਦਾ। ਤੁਸੀਂ ਹੁਣ ਸਿੱਧੀ ਗੱਲ ਪੁੱਛ ਲਈ ਤਾਂ ਮੈਨੂੰ ਵੀ ਸਿੱਧੀ ਕਹਿਣੀ ਪਏਗੀ। ਇਸ ਤੋਂ ਘਾਤਕ ਬਿਆਨ ਸਿੱਖ ਨੌਜਵਾਨੀ ਵਾਸਤੇ ਪੰਜਾਬ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ। ਕਿ ਸੰਵਾਦ ਹੋਣਾ ਚਾਹੀਦਾ, ਆਲੋਚਨਾ ਹੋਣੀ ਚਾਹੀਦੀ ਹੈ। ਜੇ ਅੰਮ੍ਰਿਤਪਾਲ ਦੀ ਆਲੋਚਨਾ ਹੋਈ ਹੈ ਕਿ ਉਹ ਸਿੱਖੀ ਦੀ ਆਲੋਚਨਾ ਹੈ? ਨਹੀਂ, ਦੇਖੋ ਪਹਿਲੀ ਗੱਲ ਤੇ ਆਲੋਚਨਾ ਹੈ ਹੀ ਨਹੀਂ। ਸੰਵਾਦ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਇਹ ਭਰਮ ਭੁਲੇਖੇ ਜਿਹੜੇ ਨੇ ਦੂਰ ਹੋਣ। ਲੇਕਿਨ ਬਜਾਏ ਇਸ ਦੇ ਕਿ ਸੰਵਾਦ ਕਰਕੇ ਕੋਈ ਗੱਲ ਨੂੰ ਸਮਝਿਆ ਜਾਵੇ, ਤੁਸੀਂ ਇੱਕ ਪਾਸੇ ਦੀ ਵਿਚਾਰਧਾਰਾ ਸੁਣੀ, ਤੁਸੀਂ ਦੂਸਰੇ ਪਾਸੇ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ। ਤੁਸੀਂ ਦੂਜੇ ਪਾਸੇ ਵਾਲਿਆਂ ਨਾਲ ਵੀ ਬੈਠੋ, ਉਹਨਾਂ ਦੀ ਵਿਚਾਰਧਾਰਾ ਸੁਣੋ, ਫਿਰ ਆਪਸ ਦੇ ਵਿੱਚ ਗੱਲਬਾਤ ਕਰਕੇ ਤੁਸੀਂ ਸੱਚ ਲੱਭਣ ਦੀ ਕੋਸ਼ਿਸ਼ ਕਰੋ। ਤੁਸੀਂ ਸਿੱਧਾ ਮੀਡੀਆ ਦੇ ਵਿੱਚ ਪਹੁੰਚ ਗਏ, ਸਟੇਜ 'ਤੇ ਖਲੋ ਕੇ ਲੈਕਚਰ ਕਰਨੇ ਸ਼ੁਰੂ ਕਰਤੇ ਉਹਦੇ ਖਿਲਾਫ, ਤੇ ਹੁਣ ਉਹਦਾ ਜਵਾਬ ਤਾਂ ਦੇਣਾ ਹੀ ਪਵੇਗਾ ਨਾ। ਅਸੀਂ ਤਾਂ ਬੜੀ ਨਿਮਰਤਾ ਨਾਲ ਦੇ ਰਹੇ ਹਾਂ। ਅਸੀਂ ਤਾਂ ਕੋਈ ਬਾਕੀ ਜਿਹੜਾ ਗਾਲਾਂ ਕੱਢਣ ਵਾਲਾ ਨਾ, ਉਹ ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਹਿਰਦੇ 'ਚ ਨਹੀਂ ਵਸੀ, ਉਹਦੇ ਮੂੰਹ ਗਾਲਾਂ ਹੀ ਨਿਕਲਣੀਆਂ ਨੇ। ਅਸੀਂ ਤਾਂ ਕਦੀ ਕੱਢੀਆਂ ਨਹੀਂ। ਸੰਵਾਦ ਨਹੀਂ ਹੋਣਾ, ਉਹ ਸੰਵਾਦ ਕਰ ਹੀ ਨਹੀਂ ਸਕਦਾ ਨਾ, ਕਿਉਂਕਿ ਉਹਦੇ ਸੋਝੀ ਤੇ ਹੈ ਨਹੀਂ। ਸੰਵਾਦ ਕਰਨ ਲਈ ਅਕਲ ਚਾਹੀਦੀ ਹੈ, ਸੰਵਾਦ ਕਰਨ ਲਈ ਗਿਆਨ ਚਾਹੀਦਾ। ਘੱਟੋ ਘੱਟ ਇੰਨਾ ਤਾਂ ਹੋਣਾ ਚਾਹੀਦਾ ਸੀ ਵੀ ਇੱਕ ਪੱਖ ਦੀ ਗੱਲ ਸੁਣੀ, ਤੁਸੀਂ ਇੱਕ ਵਿਚਾਰਧਾਰਾ ਸੁਣੀ, ਉਹ ਦੂਜਿਆਂ ਦੇ ਖਿਲਾਫ ਉਹਨਾਂ ਗੱਲ ਕੀਤੀ, ਤੁਸੀਂ ਦੂਜਿਆਂ ਨਾਲ ਵੀ ਬੈਠ ਕੇ ਗੱਲ ਕਰੋ, ਸਮਝਣ ਦੀ ਕੋਸ਼ਿਸ਼ ਕਰੋ ਵੀ ਅਸਲਾ ਮਸਲਾ ਕੀ ਹੈ। ਜੇ ਤੁਸੀਂ ਕੌਮ ਦੀ ਅਗਵਾਈ ਕਰਨਾ ਚਾਹੁੰਦੇ ਹੋ, ਕੌਮ ਨੂੰ ਇਕੱਠੇ ਲੈ ਕੇ ਚੱਲਣਾ ਚਾਹੁੰਦੇ ਹੋ, ਤੁਸੀਂ ਕੌਮ ਦੇ ਇੱਕ ਹਿੱਸੇ ਦੇ ਖਿਲਾਫ ਬੋਲ ਕੇ, ਔਰ ਛੋਟਾ ਜਿਹਾ ਹਿੱਸਾ ਨਹੀਂ ਵੱਡਾ ਹਿੱਸਾ ਹੈ, ਉਹਦੇ ਖਿਲਾਫ ਬੋਲ ਕੇ ਕੌਮ ਨੂੰ ਇਕੱਠਾ ਕਰ ਰਹੇ ਹੋ ਕਿ ਕੌਮ ਦੇ ਵਿੱਚ ਲੜਾਈ ਪਾ ਰਹੇ ਹੋ? ਕਿੰਨੀ ਖਤਰਨਾਕ ਗੱਲ ਹੈ। ਇੱਕ ਹੋਰ ਮੈਂ ਇੱਕ ਬੇਨਤੀ ਕਰਾਂ, ਇਹ ਗੱਲ ਕਰ ਰਹੇ ਨੇ ਖਾਲਿਸਤਾਨ ਦੀ। ਮੈਨੂੰ ਇੰਝ ਲੱਗਦਾ ਵੀ ਇਹਨਾਂ ਨੂੰ ਖਾਲਿਸਤਾਨ ਦੇ ਖਿਲਾਫ ਵਰਤਣ ਲਈ ਜਿਹੜਾ ਹੈ ਨਾ ਭੇਜਿਆ ਗਿਆ। ਤੁਸੀਂ ਇਹੋ ਜਿਹਾ ਮਾਹੌਲ ਕਰਦੇ ਹੋ ਵੀ ਲੋਕੀ ਖਾਲਿਸਤਾਨ ਦੇ ਨਾਂ ਤੋਂ ਡਰਨ ਲੱਗ ਪੈਣ। ਜੇ ਸਿੱਖੀ ਖਾਲਿਸਤਾਨ ਦੇ ਨਾਂ ਤੋਂ ਡਰਨ ਲੱਗ ਪੈਣਗੇ ਵੀ ਜੇ ਇਹੋ ਜਿਹਾ ਖਾਲਿਸਤਾਨ ਹੋਣਾ, ਇਹਨਾਂ ਲੋਕਾਂ ਨੇ ਰਾਜ ਕਰਨਾ, ਤਾਂ ਫਿਰ ਉਹਦੇ ਨਾਲ ਤਾਂ ਹੁਣ ਚੰਗੇ ਆ। ਇਹਦਾ ਮਤਲਬ ਹੈ ਕਿ ਖਾਲਿਸਤਾਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨਾ ਲੋਕਾਂ ਨੂੰ ਆਪਣੇ ਇਸ ਵਿਹਾਰ ਨਾਲ। ਇਸ ਤਰ੍ਹਾਂ ਸੋਚਣ ਇਸ ਬਾਰੇ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਰਜਿੰਦਰ ਸਿੰਘ ਖਾਲਸਾ ਪੰਚਾਇਤ ਇਹਨਾਂ ਨੇ ਬਣਾਈ ਸੀ, ਕਾਫੀ ਐਕਟਿਵ ਵੀ ਰਹੇ ਨੇ, ਹੁਣ ਵੀ ਐਕਟਿਵ ਨੇ। ਸਿੱਖ ਬੁੱਧੀਜੀਵੀ ਨੇ ਕਿਤਾਬਾਂ ਵੀ ਲਿਖੀਆਂ ਨੇ ਬੁੱਧਵਾਦ, ਜੋ ਸੋਚ ਇਸ ਸਮੇਂ ਅਪਣਾ ਲਈ ਹੈ ਜੋ ਸਿੱਖ ਸਮਾਜ ਵਿੱਚ, ਉਸ ਦੀ ਆਲੋਚਨਾ ਵੀ ਕਰਦੇ ਨੇ। ਆਲੋਚਨਾ ਹੋ ਸਕਦੀ ਹੈ, ਸੰਵਾਦ ਵੀ ਹੋ ਸਕਦਾ ਹੈ, ਪਰ ਕਿ ਗਾਲ ਕੱਢ ਕੇ ਸੰਵਾਦ ਕਰਨਾ ਇਹ ਸਹੀ ਹੈ?